ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ, ਜਮ ਤੇ ਉਲਟ ਭਏ ਹੈ ਰਾਮ। ਦੁਖ ਬਿਨਸੇ ਸੁਖ ਕੀਓ ਬਿਸਰਾ। ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੋ ਜਨ ਭਏ ਚੀਤਾ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਣਿਆ। ਰਹਾਉ ਤਨ ਮਹਿ ਹੋਤੀ ਕੋਟ ਉਪਾਦ, ਉਲਟ ਭਈ ਸੁਖ ਸਹਜ ਸਮਾਦ। ਆਪ ਪਛਾਨੈ ਆਪੈ ਆਪ, ਰੋਗ ਨ ਵਿਆਪੈ ਤੀਨੋ ਤਾਪ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੁਆ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਇਕਾਗਰਤਾ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ। ਭਗਤ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 326 ਅਤੇ 27 ਦੇ ਉੱਤੇ ਸੁਭਾਇਮਾਨ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਸ਼ਬਦ ਦਾ ਸਿਰਲੇਖ ਹੈ ਗੌੜੀ ਕਬੀਰ ਜੀ। ਕਬੀਰ ਜੀ ਦਾ ਸ਼ਬਦ ਰਾਗ ਗੌੜੀ ਵਿੱਚ ਤੇ ਪਦੇ ਚਾਰ ਤੁਕੇ, ਤੇ ਪਦੇ ਦਾ ਮਤਲਬ ਹੈ ਤਿੰਨ ਪਦਿਆਂ ਵਾਲਾ, ਤਿੰਨ ਬੰਦਾਂ ਵਾਲਾ ਇਹ ਸ਼ਬਦ ਹੈ। ਚਾਰ ਤੁਕੇ ਤੋਂ ਭਾਵ ਹੈ ਹਰ ਇੱਕ ਬੰਦ ਵਿੱਚ ਚਾਰ ਤੁਕਾਂ ਹਨ, ਚਾਰ ਪੰਕਤੀਆਂ ਹਨ, ਚਾਰ ਲਾਈਨਾਂ ਹਨ। ਬੜਾ ਛੋਟਾ ਜਿਹਾ ਹਿੰਦਸਾ ਜਿਹੜਾ ਹੈ ਉਹ ਚਾਰ ਤੁਕੇ ਦੇ ਕੱਕੇ ਦੇ ਪੈਰ ਵਿੱਚ ਹੈ ਦੋ। ਇਹਦਾ ਭਾਵ ਹੈ ਚਾਰ ਤੁਕਿਆਂ ਵਾਲੇ ਇਹ ਜਿਹੜੇ ਸ਼ਬਦ ਹਨ ਇਹ ਦੋ ਹਨ। ਗਿਣਤੀ ਪੱਖੋਂ ਇਹ ਸ਼ਬਦ 17ਵਾਂ ਹੈ, ਇਸ ਤੋਂ ਅਗਲਾ 18ਵਾਂ ਹੈ। ਤੋਂ 17ਵਾਂ ਤੇ 18ਵਾਂ ਸ਼ਬਦ ਜਿਹੜੇ ਹਨ ਇਹ ਚਾਰ ਚਾਰ ਤੁਕਾਂ ਦੇ ਹੋਣਗੇ। ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਗਤ ਕਬੀਰ ਜੀ ਮਹਾਰਾਜ ਮਿਹਰ ਕਰਦੇ ਨੇ। ਇੱਕ ਬਦਲੀ ਹੋਈ ਆਤਮਕ
ਮਨੋ ਅਵਸਥਾ ਦਾ ਉਹਨਾਂ ਨੇ ਬੜਾ ਖੂਬਸੂਰਤ ਚਿਤਰਣ ਜਿਹੜਾ ਹੈ ਉਹ ਸਾਡੇ ਸਨਮੁਖ ਕੀਤਾ ਹੈ। ਤਬਦੀਲੀ, ਪਰਿਵਰਤਨ ਵਿਹਾਰ ਨੂੰ ਤਦੋਂ ਹੀ ਛੂੰਹਦੀ ਹੈ ਜੋ ਅੰਦਰੋਂ ਹੋਵੇ। ਫਿਜ਼ੀਕਲੀ ਜਾਂ ਬਾਹਰੀ ਤੌਰ ਦੇ ਉੱਤੇ ਕੁਝ ਚੀਜ਼ਾਂ ਦਾ ਵਿਖਾਵੇ ਮਾਤਰ ਪਰਿਵਰਤਨ ਜਾਂ ਤਬਦੀਲੀ ਮਨੁੱਖ ਦੇ ਅੰਦਰ ਨੂੰ ਕਿਸੇ ਕਿਸਮ ਦਾ ਸਕੂਨ ਪ੍ਰਦਾਨ ਨਹੀਂ ਕਰ ਸਕਦੀ। ਆਪਾਂ ਆਮ ਤੌਰ ਦੇ ਉੱਤੇ ਕੇਵਲ ਹਰ ਚੀਜ਼ ਨੂੰ ਬਾਹਰੋਂ ਬਦਲਣ ਦੀ ਪ੍ਰਕਿਰਿਆ ਜਾਂ ਪ੍ਰੋਸੈਸ ਵਿੱਚ ਹੀ ਜ਼ਿਆਦਾ ਬਲੀਵ ਜਾਂ ਯਕੀਨ ਕਰਦੇ ਹਾਂ। ਜਗ੍ਹਾ ਬਦਲ ਲਈ, ਪਹਿਰਾਵਾ ਬਦਲ ਲਿਆ, ਕੁਝ ਰਸਮਾਂ ਬਦਲ ਲਈਆਂ, ਕੁਝ ਰੀਤਾਂ ਬਦਲ ਲਈਆਂ, ਕੁਝ ਹਾਵ ਭਾਵ ਜਗ੍ਹਾ ਦੇ ਮੁਤਾਬਕ ਬਦਲ ਲਏ ਤੇ ਅਸੀਂ ਸੋਚਦੇ ਹਾਂ ਸ਼ਾਇਦ ਹੁਣ ਜ਼ਿੰਦਗੀ ਦਾ ਮਕਸਦ ਪੂਰਾ ਹੋਏਗਾ, ਜਾਂ ਇੰਨੀ ਕੁ ਬਾਹਰੀ ਤਬਦੀਲੀ ਦੇ ਨਾਲ ਸਾਨੂੰ ਅਸਲ ਜ਼ਿੰਦਗੀ ਦਾ ਮਕਸਦ ਸਮਝ ਵਿੱਚ ਆਏਗਾ, ਜਾਂ ਜੀਵਨ ਵਿੱਚ ਸੁੱਖ ਆਏਗਾ, ਸਹਿਜ ਆਏਗਾ ਇਤਿਆਦਿਕ। ਟੀਚਾ ਸਾਡਾ ਵੱਡਾ ਹੁੰਦਾ ਹੈ ਤੇ ਤਬਦੀਲੀ ਜਿਹੜੀ ਹੈ ਉਹ ਮਹਿਜ਼ ਸਤਹੀ ਤੌਰ ਤੇ ਨਾ ਮਾਤਰ ਹੁੰਦੀ ਹੈ। ਇਹਨੂੰ ਐਵੇਂ ਵੀ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ। ਤੁਸੀਂ ਇੱਕ ਸ਼ੀਸ਼ੀ ਵਿੱਚ ਜ਼ਹਿਰ ਹੈ, ਉਸ ਸ਼ੀਸ਼ੀ ਵਿੱਚੋਂ ਕੱਢ ਕੇ ਉਸ ਜ਼ਹਿਰ ਨੂੰ ਤੁਸੀਂ ਬੜੀ ਕੀਮਤੀ ਬੋਤਲ ਜਾਂ ਸ਼ੀਸ਼ੀ ਵਿੱਚ ਉਸ ਨੂੰ ਪਾ ਦਿਓ ਤੇ ਫਿਰ ਇਹ ਸੋਚੋ ਕਿ ਹੁਣ ਬਰਤਨ ਦੀ ਤਬਦੀਲੀ ਦੇ ਨਾਲ ਹੋ ਸਕਦਾ ਹੈ ਜ਼ਹਿਰ ਦਾ ਸੁਭਾਅ ਵੀ ਬਦਲ ਗਿਆ ਹੋਏ, ਉਹਦਾ ਰਿਐਕਸ਼ਨ ਵੀ ਚੇਂਜ ਹੋ ਗਿਆ ਹੋਏ। ਤੇ ਇਸ ਤਰ੍ਹਾਂ ਸੋਚਣ ਵਾਲਾ ਮਨੁੱਖ ਜਾਂ ਖੁਦ ਨੂੰ ਧੋਖਾ ਦਿੰਦਾ ਹੈ ਜਾਂ ਉਹ ਦੂਜਿਆਂ ਨੂੰ ਧੋਖਾ ਦਿੰਦਾ ਹੈ। ਜ਼ਹਿਰ ਦਾ ਬਰਤਨ ਤੇ ਬਦਲ ਲਿਆ ਗਿਆ, ਪਰ ਜ਼ਹਿਰ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਪਿਆ। ਤੁਸੀਂ ਉਹਦੇ ਉੱਤੇ ਲੇਬਲ ਵੀ ਅੰਮ੍ਰਿਤ ਦਾ ਲਾ ਦਿਓ ਤਾਂ ਉਹ ਰਿਐਕਸ਼ਨ ਜ਼ਹਿਰ ਨੇ ਆਪਣਾ ਹੀ ਕਰਨਾ ਹੈ, ਅੰਮ੍ਰਿਤ ਵਰਗਾ ਨਹੀਂ ਕਰੇਗਾ। ਬਾਹਰੋਂ ਕੀ ਚੇਂਜ ਹੋਇਆ? ਭਾਂਡਾ। ਬਾਹਰੋਂ ਕੀ ਚੇਂਜ ਹੋਇਆ ਹੈ? ਲੇਬਲ। ਉਹਦੇ ਵਿਚਲੀ ਵਸਤੂ ਜਿਹੜੀ ਉਹ ਤਾਂ ਉਹੀ ਹੈ, ਜਿਹੜੀ ਪਹਿਲਾਂ ਵੀ ਮੌਤ ਦੇ ਰਹੀ ਸੀ ਹੁਣ ਵੀ ਮੌਤ ਦੇਗੀ, ਭਾਵੇਂ ਉਹਦੇ ਉੱਤੇ ਲੇਬਲ ਅੰਮ੍ਰਿਤ ਦਾ ਲੱਗਾ ਹੈ ਜਾਂ ਭਾਂਡਾ ਉਹਦਾ ਕੀਮਤੀ ਜਾਂ ਚੇਂਜ ਕਰ ਦਿੱਤਾ ਗਿਆ ਹੈ, ਪਰ ਉਸ ਚੀਜ਼ ਦਾ ਰਿਐਕਸ਼ਨ ਜਿਹੜਾ ਹੈ, ਪ੍ਰਭਾਵ ਜਿਹੜਾ ਹੈ, ਉਹਨੂੰ ਚੇਂਜ ਨਹੀਂ ਕੀਤਾ ਜਾ ਸਕਿਆ, ਉਹ ਨਹੀਂ ਬਦਲੇਗਾ। ਬਸ ਇਸ ਉਦਾਹਰਣ ਤੋਂ ਇਹ ਸਮਝੀਏ ਅਸੀਂ, ਜਿੰਨਾ ਚਿਰ ਸਾਡੇ ਅੰਦਰ ਦੀ ਤਾਸੀਰ ਨਹੀਂ ਬਦਲਦੀ, ਜਿਸ ਨੂੰ ਗੁਰੂ ਬਾਣੀ ਨੇ ਆਤਮਕ ਔਰ ਮਾਨਸਿਕ ਪਰਿਵਰਤਨ ਆਖਿਆ ਹੈ, ਸੁਰਤ ਦਾ ਤਬਦੀਲ ਹੋ ਜਾਣਾ ਆਖਿਆ ਹੈ, ਜਿੰਨਾ ਚਿਰ ਉਹ ਤਬਦੀਲੀ ਮਨੁੱਖ ਦੇ ਜੀਵਨ ਵਿੱਚ ਨਹੀਂ ਵਾਪਰਦੀ, ਇਨਸਾਨ ਨਾ ਧਰਮੀ ਹੋ ਸਕਦਾ ਹੈ, ਨਾ ਅਸੂਲ ਪ੍ਰਸਤ ਹੋ ਸਕਦਾ ਹੈ, ਨਾ ਉੱਚੇ ਜੀਵਨ ਵਾਲਾ ਹੋ ਸਕਦਾ ਹੈ, ਨਾ ਹੀ ਉਹ ਮਿਥਿਆ ਹੋਇਆ ਜੋ ਗੁਰਬਾਣੀ ਨੇ ਦੱਸਿਆ ਉਹ ਆਨੰਦ, ਉਹ ਸੁੱਖ, ਉਹ ਸਹਿਜ, ਉਹ ਟਿਕਾਊ ਜੀਵਨ ਵਿੱਚ ਆ ਸਕਦਾ। ਐਸਾ ਰੌਲਾ ਤੇ ਸੰਸਾਰ ਵਿੱਚ ਬਹੁਤ ਹੈ, ਉੱਥੇ ਚਲੇ ਜਾਓ ਬੜਾ ਸੁੱਖ ਹੈ, ਬੜੀ ਸ਼ਾਂਤੀ ਹੈ, ਬੜਾ ਟਿਕਾਊ ਹੈ, ਬੜਾ ਮਨ ਜੁੜਦਾ ਹੈ। ਇਹ ਐਸੇ ਜੁੜਨੇ ਤਾਂ ਦੁਨੀਆ ਦੇ ਆਰਜੀ ਨੇ, ਆਰਟੀਫਿਸ਼ਲ। ਮੈਂ ਅੱਗੇ ਵੀ ਇੱਕ ਦਿਨ ਉਦਾਹਰਣ ਦਿੱਤੀ ਸੀ, ਜਿੰਨੀ ਦੁਨੀਆ ਧਰਮ ਵਿੱਚ ਬਿਲੀਵ ਕਰਨ ਵਾਲੀ ਹੈ, ਆਮ ਤੌਰ ਦੇ ਉੱਤੇ ਕਿਉਂਕਿ ਸਾਨੂੰ ਇਹ ਮਕਸਦ ਪਤਾ ਹੁੰਦਾ ਹੈ ਵੀ ਗੁਰਮਤ ਦਾ ਜਾਂ ਧਰਮ ਦਾ ਜਿਹੜਾ ਖੇਤਰ ਹੈ ਉਹਦਾ ਮਤਲਬ ਹੈ ਆਪਣੇ ਆਪ ਨੂੰ ਟਿਕਾ, ਸਹਿਜ, ਸੁੱਖ, ਆਨੰਦ ਇਤਿਆਦਿ ਉੱਚੀ ਮਨੋ ਅਵਸਥਾ ਵਿੱਚ ਲੈ ਕੇ ਜਾਣਾ। ਇੰਨਾ ਕੁ ਤੇ ਸਾਨੂੰ ਸਾਰਿਆਂ ਨੂੰ ਮੁੱਢਲੇ ਰੂਪ ਵਿੱਚ ਪਤਾ ਹੈ। ਜਦੋਂ ਅਸੀਂ ਪ੍ਰੈਕਟਿਸ ਵਿੱਚ ਪੈਂਦੇ ਹਾਂ, ਕੰਮਾਂ ਦੀ ਪ੍ਰੈਕਟਿਸ ਵਿੱਚ, ਤਾਂ ਕੁਝ ਉਲਝਣਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਜਿੰਨੇ ਜਿੰਨੇ ਅਸੀਂ ਕਰਮ ਕਰਦੇ ਹਾਂ ਓਨੀ ਓਨੀ ਸਾਡੇ ਅੰਦਰ ਖਿਝ ਵੀ ਵੱਧ ਜਾਂਦੀ ਹੈ, ਹੰਕਾਰ ਜਿਹਾ ਵੀ ਵੱਧ ਜਾਂਦਾ ਹੈ, ਔਰ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਹੋਰ ਜ਼ਿਆਦਾ ਦੁੱਗਣੀਆਂ ਦੁਖੀ ਕਰਦੀਆਂ। ਉਹ ਇਸ ਕਰਕੇ ਕਰਦੀਆਂ ਨੇ ਵੀ ਅਸੀਂ ਦੋ ਰਸਤੇ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੋਂ ਤਾਂ ਅਸੀਂ ਇੱਕੋ ਹੀ ਰਸਤੇ ਤੇ ਸਾਂ, ਗੱਲ ਮੁੱਕ ਗਈ। ਨਾ ਸਾਨੂੰ ਧਰਮ ਦਾ ਪਤਾ ਸੀ, ਨਾ ਅਸੀਂ ਕੋਈ ਪ੍ਰੈਕਟਿਸ ਵਿੱਚ ਸਾਂ, ਸਾਡਾ ਸਟ੍ਰੇਟ ਸਿੱਧਾ ਰਾਹ ਸੀ ਵੀ ਇੱਥੇ ਹੀ ਤੁਰੇ ਜਾ ਰਹੇ। ਲੋਕ ਮਨਮੁਖ ਕਹਿੰਦੇ ਸਨ, ਬੁਰਾ ਕਹਿੰਦੇ, ਜੋ ਵੀ ਕਹਿੰਦੇ, ਜਿਸ ਤਰ੍ਹਾਂ ਦੇ ਵੀ ਸਾਂ, ਇਹ ਸੀ ਵੀ ਅਸੀਂ ਕੋਈ ਧਰਮ ਵਾਲੇ ਪਾਸੇ ਅਜੀ ਇੰਟਰਸਟ ਨਹੀਂ ਰੱਖ ਰਹੇ, ਤਾਂ ਸਟ੍ਰੇਟ ਰਾਹ ਹੈ, ਤੁਰੇ ਜਾ ਰਹੇ। ਮੁਸ਼ਕਿਲ ਸਭ ਤੋਂ ਵੱਧ ਉਦੋਂ ਆਏਗੀ
ਜਦੋਂ ਤੁਸੀਂ ਦੂਜੇ ਰਾਹ ਵੱਲ ਵੀ ਧਿਆਨ ਕਰੋਗੇ ਵੀ ਮੈਂ ਧਰਮ ਵੀ ਕਮਾਵਾਂ, ਪਰ ਪਹਿਲੇ ਰਾਹ ਨੂੰ ਅਜੇ ਛੱਡੋਗੇ ਨਹੀਂ। ਤੁਹਾਡੇ ਸਾਹਮਣੇ ਦੋ ਰਸਤੇ ਹੋਣਗੇ, ਤੁਸੀਂ ਦੋਨਾਂ ਨੂੰ ਫੋਲੋ ਕਰੋਗੇ। ਇੱਕ ਨੂੰ ਫੋਲੋ ਤੁਸੀਂ ਅੰਦਰੋਂ ਕਰੋਗੇ, ਦੂਜੇ ਨੂੰ ਬਾਹਰੋਂ ਕਰੋਗੇ। ਬਾਹਰੋਂ ਅਸੀਂ ਧਰਮ ਨੂੰ ਫੋਲੋ ਕਰਾਂਗੇ ਤੇ ਅੰਦਰੋਂ ਅਸੀਂ ਉਸੇ ਰਸਤੇ ਤੇ ਚੱਲ ਰਹੇ ਹੋਵਾਂਗੇ ਜਿਹਦੇ ਤੇ ਅਸੀਂ ਪਹਿਲਾਂ ਤੁਰ ਰਹੇ ਸੀ। ਮੁਸ਼ਕਲ ਇਹ ਹੈ ਵੀ ਹੁਣ એનર્ਜੀ ਦੋ ਪਾਸੇ ਲੱਗਦੀ ਹੈ। ਬਾਹਰੋਂ ਅਸੀਂ ਧਰਮ ਨੂੰ ਫੋਲੋ ਕਰਨ ਦਾ ਯਤਨ ਕਰਦੇ ਹਾਂ ਤੇ ਅੰਦਰੋਂ ਅਸੀਂ ਆਪਣੀਆਂ ਆਦਤਾਂ ਨੂੰ, ਆਪਣੇ ਪੁਰਾਣੇ ਸੁਭਾਅ ਨੂੰ, ਆਪਣੇ ਪੱਕੇ ਹੋਏ ਉਹਨਾਂ ਹੀ ਵਿਚਾਰਾਂ ਨੂੰ ਜਿਹੜੇ ਵਿਕਾਰੀ ਨੇ ਜਾਂ ਜਿਸ ਤਰ੍ਹਾਂ ਦੇ ਵੀ ਨੇ, ਜਾਨੀ ਕਿ ਜੀਣਾ ਅਗਿਆਨਤਾ ਨੂੰ ਹੈ ਤੇ ਵਿਖਾਉਣਾ ਧਰਮ ਨੂੰ ਹੈ। ਹੁਣ એનર્ਜੀ ਤੇ ਓਨੀ ਹੈ, ਸਮਾਂ ਵੀ ਓਨਾ ਹੈ, ਪਰ ਲੱਗ ਦੋ ਥਾਂ ਤੇ ਰਹੀ ਹੈ, ਮਿਹਨਤ ਵੱਧ ਗਈ ਹੈ। ਪਰ ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਵਿੱਚ ਬੈਲੈਂਸ ਨਹੀਂ ਨਾ ਕਰ ਪਾਉਂਦੇ, ਉਦੋਂ ਸਾਡੇ ਅੰਦਰ ਹਉਮੈ ਵੱਧ ਜਾਂਦੀ, ਖਿਝ ਵੱਧ ਜਾਂਦੀ, ਖਿਮਾ ਕਰਨਾ, ਉਦੋਂ ਵੱਧਦੀ ਹੈ ਖਿਝ। ਤੇ ਬਾਹਰੋਂ ਸਮਾਜ ਵਿੱਚ ਵੱਧ ਜਾਂਦੀ ਹੈ ਸਾਡੀ, ਜਿਉਂ-ਜਿਉਂ ਲੋਕ ਸਾਨੂੰ ਕਹਿੰਦੇ ਨੇ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ, ਉਹ ਜਿਹੜੀ ਵਾਹ ਵਾਹ ਹੈ ਉਹ ਸਾਡੀ ਈਗੋ ਨੂੰ ਸਿਰੇ ਤੇ ਲੈ ਜਾਂਦੀ, ਪੀਕ ਤੇ ਲੈ ਜਾਂਦੀ। ਖੇਜ ਇਸ ਕਰਕੇ ਹੈ ਵੀ ਦੋ ਪਾਸੇ ਮਿਹਨਤ ਕਰਨੀ ਪੈ ਰਹੀ ਹੈ। ਈਗੋ ਇਸ ਕਰਕੇ ਹੈ ਵੀ ਬਾਹਰ ਦੇ ਵਿਖਾਵੇ ਕਾਰਨ ਵੇਖਣ ਵਾਲੇ ਲੋਕਾਂ ਨੇ, ਜਿਨ੍ਹਾਂ ਨੂੰ ਜੋ ਦੀਦਾ ਹੈ, ਜਿਵੇਂ ਆਪਾਂ ਕਹਿੰਦੇ ਨਾ ਜੋ ਦਿਸਦਾ ਹੈ ਉਹ ਵਿਕਦਾ ਹੈ, ਤਾਂ ਉਹਦਾ ਸਾਨੂੰ ਜਿਹੜਾ ਸੀ ਇੰਟਰਸਟ ਰੇਟ ਜਿਹੜਾ ਸੀ, ਵਿਆਜ ਮਿਲਣਾ ਸ਼ੁਰੂ ਹੋਇਆ ਵਡਿਆਈ ਦੇ ਰੂਪ ਵਿੱਚ, ਸਤਿਕਾਰ ਦੇ ਰੂਪ ਵਿੱਚ, ਰਿਸਪੈਕਟ ਦੇ ਰੂਪ ਵਿੱਚ, ਵਡਿਆਈ ਦੇ ਰੂਪ ਵਿੱਚ, ਪ੍ਰਭੁਤਾ ਦੇ ਰੂਪ ਵਿੱਚ। ਉਹਨੇ ਈਗੋ ਪੀਕ ਤੇ ਭਰਮ ਹੋਰ ਪੱਕਿਆਂ ਕਰ ਦਿੱਤਾ ਵੀ ਇੰਨੀ ਦੁਨੀਆ ਗਲਤ ਥੋੜ੍ਹਾ ਹੋ ਸਕਦੀ ਹੈ, ਲੋਕ ਮੈਨੂੰ ਸਲਾਉਂਦੇ ਨੇ, ਆਖਰ ਮੈਂ ਕੋਈ ਮਾੜੀ ਮੋਟੀ ਚੀਜ਼ ਥੋੜ੍ਹਾ। ਹੁਣ ਉਹ ਖਿਝ ਤੇ ਹਉਮੈ, ਇਹ ਦੋ ਰੋਗ ਪਹਿਲਾਂ ਵੀ ਸਨ, ਹੁਣ ਇਹਨਾਂ ਨੂੰ ਨਵੀਂ ਸ਼ੇਪ ਮਿਲ ਗਈ, ਨਵਾਂ ਰੂਪ ਮਿਲ ਗਿਆ। ਜਿਵੇਂ ਆਪਾਂ ਕਹਿੰਦੇ ਨਾ ਬਿਮਾਰੀ ਦੇ ਜਿਹੜੇ ਜਰਾਸੀਮ ਹੁੰਦੇ ਨੇ ਜਾਂ ਕੀਟਾਣੂ ਹੁੰਦੇ ਨੇ, ਉਹ ਵੀ ਕਨਵਰਟ ਹੁੰਦੇ ਰਹਿੰਦੇ ਨੇ। ਮੈਡੀਕਲ ਸਾਇੰਸ ਕਹਿੰਦੀ ਵੀ ਜਿਹੜੀ ਬਿਮਾਰੀ ਹੈ ਉਹਦੇ ਜਿਹੜੇ ਵਾਇਰਸ ਨੇ ਉਹ ਵੀ ਕਨਵਰਟ ਹੋ ਜਾਂਦੇ ਨੇ ਇੱਕ ਤੋਂ ਦੂਜੀ, ਫਿਰ ਉਹਦਾ ਵੱਖਰਾ ਵੱਖਰਾ ਉਸ ਬਿਮਾਰੀ ਦਾ ਨਾਂ ਰੱਖ ਲਿਆ ਜਾਂਦਾ ਹੈ ਵੀ ਕਿਉਂਕਿ ਕਨਵਰਟਡ ਹੈ, ਵਾਇਰਸ ਉਹੀ ਹੈ, ਕਨਵਰਟ ਹੈ, ਬਿਮਾਰੀ ਦਾ ਨਾਂ ਚੇਂਜ ਕਰ ਲਿਆ, ਚੀਜ਼ ਉਹੀ, ਉਹਦਾ ਸੁਭਾਅ ਪ੍ਰਕਿਰਤੀ ਮੁਤਾਬਕ ਬਦਲਦਾ ਰਿਹਾ। ਹੁਣ ਇੱਥੇ ਰੋਗ ਬਿਮਾਰੀ ਉਹੀ ਹੈ, ਭਾਵੇਂ ਨਾਂ ਚੇਂਜ ਨਹੀਂ ਹੋਇਆ, ਪਰ ਉਹ ਕਨਵਰਟ ਹੋ ਗਈ, ਉਹ ਹੋਰ ਡੂੰਘੀ ਚਲੀ ਗਈ। ਪਹਿਲੋਂ ਤਾਂ ਇੱਕ ਉਮੀਦ ਸੀ ਵੀ ਧਰਮ ਵਾਲੇ ਪਾਸੇ ਆਏ ਤੇ ਬੰਦਾ ਬਦਲ ਜਾਏ, ਹੁਣ ਇੱਥੇ ਅੱਧ ਵਿਚਾਲੇ ਖੜਾ ਹੈ। ਦੋਸ਼ ਧਰਮ ਦਾ ਨਹੀਂ ਹੈ, ਦੋਸ਼ ਅੰਡਰਸਟੈਂਡ ਕਰਨ ਵਾਲੇ ਦਾ। ਇੱਥੇ ਹੁਣ ਉਹ ਜਿਹੜੀ ਬਿਮਾਰੀ ਉਹ ਕਿਸੇ ਹੋਰ ਪਰਦੇ ਥੱਲੇ ਵਿਚਰ ਰਹੀ ਹੈ। ਹੁਣ ਮਨੁੱਖ ਜਿਹੜਾ ਹੈ ਉਹ ਖਿੱਚਦਾ ਵੀ ਹੈ ਵੀ ਗੱਲ ਬਣ ਨਹੀਂ ਰਹੀ, ਪਰ ਹੰਕਾਰ ਉਹਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰਦਾ ਵੀ ਇੰਨੀ ਦੁਨੀਆ ਕਿਤੇ ਗਲਤ ਹੈ। ਹੁਣ ਉਸ ਜਿਹੜੀ ਮਾਨਸਿਕਤਾ ਵਿੱਚ ਜੀ ਰਿਹਾ ਹੈ, ਉਹਨੂੰ ਕਿਹਾ ਗਿਆ ਹੈ ਦੁਬਦਾ ਬੌਰੀ ਮਨ ਬੌਰਾ ਹੈ, ਕਨਫਿਊਜ਼ਨ। ਇੱਕ ਐਸੇ ਇਨਵਾਇਰਮੈਂਟ ਵਿੱਚ ਵਿਚਰਦਾ ਹੈ ਮੈਂਟਲੀ, ਜਿਸ ਵਿੱਚ ਕਨਫਿਊਜ਼ਨ ਹੀ ਕਨਫਿਊਜ਼ਨ, ਨਾ ਇੱਧਰ ਜੋਗਾ ਹੈ ਨਾ ਉੱਧਰ ਜੋਗਾ ਹੈ। ਜਿਸ ਨੂੰ ਭਗਤ ਕਬੀਰ ਜੀ ਮਹਾਰਾਜ ਜਾਂ ਬਾਣੀ ਦੇ ਵਿੱਚ ਐਸੇ ਸ਼ਬਦਾਂ ਨਾਲ ਕਿਹਾ ਗਿਆ ਹੈ, ਦੋਏ ਤੋਂ ਬਰੀ ਅਬੱਧ। ਦੋਏ ਦਾ ਮਤਲਬ ਹੁੰਦਾ ਹੈ ਦੋ ਪਾਸੇ, ਦੋ ਚਿੱਤਾਪਨ, ਦੁਬਿਧਾ, ਤੂੰ ਬਰੀ ਅਬੱਧ। ਤੂੰ ਇੰਨਾ ਤੰਗ ਕਰਦੀ ਹੈ ਮਨੁੱਖ ਦੇ ਮਨ ਨੂੰ, ਮਨੁੱਖ ਦੇ ਜੀਵਨ ਨੂੰ। ਹੁਣ ਅਸੀਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਇਉਂ ਕਹਿ ਲਓ ਵੀ ਇਹਨਾਂ ਦਾ ਕਦੇ ਵਿਸ਼ਲੇਸ਼ਣ, ਇਹਨਾਂ ਅਸੀਂ ਸੋਚਦੇ ਨਹੀਂ ਆਪਣੇ ਬਾਰੇ, ਇਉਂ ਕਹਿ ਲਓ, ਤੇ ਜੀਣ ਦੇ ਆਦੀ ਹੋ ਜਾਂਦੇ ਉਹਨਾਂ ਚੀਜ਼ਾਂ ਨਾਲ। ਤੋ ਗਰੀਬ ਨਵਾਜ ਮਹਾਰਾਜ ਸਾਨੂੰ ਜਦੋਂ ਐਸੀ ਮਨੋ ਅਵਸਥਾ ਵਿੱਚ ਵੇਖਦੇ ਨੇ ਤਾਂ ਹਜ਼ੂਰ ਨੂੰ ਤਰਸ ਆਉਂਦਾ ਹੈ ਕਿ ਇਹ ਬੰਦਾ ਕਿੰਨਾ ਬੋਝ, ਕਿੰਨਾ ਭਾਰ ਢੋ ਰਿਹਾ ਹੈ ਔਰ ਕਿਸ ਸਜ਼ਾ ਦਾ ਪਾਤਰ ਬਣਿਆ ਬੈਠਾ ਹੈ, ਕੇਵਲ ਅਗਿਆਨਤਾ ਕਰਕੇ। ਇਹਦਾ ਕਾਰਨ ਹੋਰ ਕੋਈ ਨਹੀਂ, ਅਗਿਆਨਤਾ ਹੈ। ਧਰਮ ਵਾਲੇ ਪਾਸੇ ਦਾ ਗਿਆਨ ਭਾਵ ਵਿਵੇਕ ਅੰਦਰ ਨਹੀਂ ਸੀ, ਇਸ ਨੇ ਵਿਖਾਵੇ ਨੂੰ ਧਰਮ ਸਮਝ ਲਿਆ, ਭਰਮ ਨੂੰ ਧਰਮ ਸਮਝ ਲਿਆ। ਅੰਦਰੂਨੀ ਕੋਈ ਤਬਦੀਲੀ ਵਾਪਰੀ ਨਹੀਂ, ਬਾਹਰੋਂ ਉਲਝਿਆ ਹੈ। ਇਹ ਬੜੀ
ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਹੈ। ਤੋ ਜਿੰਨਾ ਵੀ ਮਜ਼ਹਬੀ ਦੁਨੀਆ ਵਿੱਚ ਜਦੋਂ ਤੁਸੀਂ ਬੰਦੇ ਨੂੰ ਖਿੱਚਦਾ ਵੇਖੋ ਤੇ ਸਮਝੋ ਇਸ ਪ੍ਰੋਬਲਮ ਦਾ ਸ਼ਿਕਾਰ। ਹੰਕਾਰ ਦੀ ਸਿਚੁਏਸ਼ਨ ਵਿੱਚ ਵੇਖੋ ਤੇ ਸਮਝੋ ਇਸ ਪ੍ਰੋਬਲਮ ਦਾ ਸ਼ਿਕਾਰ। ਹੋਰ ਰੀਜ਼ਨ ਹੀ ਕੋਈ ਨਹੀਂ ਹੋ ਸਕਦਾ, ਹੋਰ ਕਾਰਨ ਹੀ ਕੋਈ। ਸਾਰੇ ਦਾ ਸਾਰਾ ਮਨੋਵਿਗਿਆਨਕ ਔਰ ਮਾਨਸਿਕ ਆਤਮਿਕ ਕਾਰਨ ਹੈ। ਤੋ ਇਸ ਵਾਸਤੇ ਜਦੋਂ ਹਜ਼ੂਰ ਕਹਿੰਦੇ ਮਸ਼ੱਕਤ ਦਾ ਮਤਲਬ ਹੁੰਦਾ ਘਾਲਣਾ, ਮਿਹਨਤ। ਇੰਨਾ ਸਹਿਲਾ ਹੁੰਦਾ ਤੇ ਸ਼ਬਦ ਮਹਾਰਾਜ ਨੇ ਨਹੀਂ ਸੀ ਵਰਤਣਾ। ਖੁਦ ਨੂੰ ਫਾਈਂਡ ਆਊਟ ਕਰਨਾ ਵੀ ਮੈਂ ਕਿੱਥੇ ਹਾਂ, ਖੁਦ ਬਾਰੇ ਜਾਣਨਾ ਵੀ ਮੈਂ ਕਿੱਥੇ ਤੱਕ ਪਹੁੰਚਿਆ, ਕੀ ਪ੍ਰੋਬਲਮ ਆ ਰਹੀ ਹੈ, ਬਹੁਤ ਕਠਿਨ ਹੁੰਦਾ ਹੈ। ਇੰਨਾ ਸਮਾਂ ਸਾਡੇ ਕੋਲ ਕਿੱਥੇ ਹੈ ਖੁਦ ਬਾਰੇ ਸੋਚਣ ਲਈ। ਖੁਦ ਬਾਰੇ ਤਾਂ ਅਸੀਂ ਕੇਵਲ ਇੰਨਾ ਸੋਚਦੇ ਹਾਂ ਵੀ ਮੈਂ ਠੀਕ ਹਾਂ, ਲੋਕ ਸਤਿਕਾਰ ਦਿੰਦੇ ਨੇ, ਵਧੀਆ ਹੈ, ਮੇਰੇ ਤੋਂ ਉੱਚਾ ਕੋਈ ਨਹੀਂ ਹੋ ਸਕਦਾ। ਸੋਚਦੇ ਤਾਂ ਆਪਣੇ ਬਾਰੇ ਹਮੇਸ਼ਾ ਇਹ ਸੋਚਦੇ ਹਾਂ ਵੀ ਬਸ ਠੀਕ ਹੈ ਜੋ ਵੀ ਹੈ, ਤੇ ਦੂਜਿਆਂ ਬਾਰੇ ਇਹ ਸੋਚਦੇ ਹਾਂ ਵੀ ਇਹਨਾਂ ਨੂੰ ਠੀਕ ਹੋਣ ਦੀ ਲੋੜ ਹੈ। ਤੁਸੀਂ ਵੇਖਣਾ ਦੂਜਿਆਂ ਬਾਰੇ ਅਸੀਂ ਕੀ ਸੋਚਦੇ, ਇਹਦੇ ਵਿੱਚ ਆਹ ਪ੍ਰੋਬਲਮ, ਇਹਦੇ 'ਚ ਉਹਨੂੰ ਠੀਕ ਹੋਣ ਦੀ ਲੋੜ ਹੈ। ਤੋ ਅਸੀਂ ਜਦੋਂ ਵੀ ਗੱਲ ਕਰਦੇ ਇਸ ਲਈ ਦੂਜਿਆਂ ਦੀ ਕਰਦੇ ਹਾਂ, ਕਮੀ ਜਦੋਂ ਵੀ ਕੱਢਦੇ ਹਾਂ ਦੂਜਿਆਂ ਦੀ ਕੱਢਦੇ ਹਾਂ, ਗੁਣ ਜਦੋਂ ਵੀ ਗਿਣਦੇ ਹਾਂ ਖੁਦ ਦੇ ਗਿਣਦੇ ਹਾਂ। ਜੇ ਇਹਦੋਂ ਉਲਟਾ ਕਰਨਾ ਪੈ ਜਾਏ, ਜੇ ਇਸ ਤੋਂ ਤੁਸੀਂ ਉਲਟ ਕਰੋ ਤਾਂ ਜਿਵੇਂ ਨਾ ਬੰਦਾ ਫਿਜ਼ੀਕਲੀ ਸਰੀਰਕ ਰੂਪ ਵਿੱਚ ਬਿਮਾਰ ਹੋਵੇ ਤੇ ਡਾਕਟਰ ਸਾਡੇ ਕੋਲ ਆਏ ਤੇ ਆਪਾਂ ਉਹਦੀਆਂ ਹੀ ਰਿਪੋਰਟਾਂ ਚੈੱਕ ਕਰਨ ਲੱਗ ਜੇ, ਪਹਿਲਾਂ ਤੁਸੀਂ ਆਪਣੀ ਰਿਪੋਰਟ ਵਿਖਾਓ ਵੀ ਤੁਸੀਂ ਠੀਕ ਹੋ, ਤੁਹਾਨੂੰ ਕੋਈ ਫਿਜ਼ੀਕਲੀ ਪ੍ਰੋਬਲਮ ਤੇ ਨਹੀਂ। ਐਸੇ ਬੰਦੇ ਦਾ ਇਲਾਜ ਕੌਣ ਕਰੇਗਾ? ਹੁਣ ਪਹਿਲਾਂ ਡਾਕਟਰ ਇਲਾਜ ਕਰਵਾਉਣ ਜਾਏ, ਪਹਿਲਾਂ ਉਹ ਰਿਪੋਰਟਾਂ ਲੈ ਕੇ ਆਏ ਸਾਰੀਆਂ, ਫਿਰ ਉਹ ਸਾਨੂੰ ਵਿਖਾਏ, ਫਿਰ ਸਾਨੂੰ ਯਕੀਨ ਬਣੇ, ਫਿਰ ਅਸੀਂ ਉਹਦੇ ਕੋਲੋਂ ਇਲਾਜ ਕਰਵਾਈਏ। ਹਰ ਡਾਕਟਰ ਕਹੇਗਾ ਇਹਨੂੰ ਇੱਥੇ ਇਸ ਬੈੱਡ ਦੀ ਲੋੜ ਨਹੀਂ, ਇਹਨੂੰ ਮੈਂਟਲ, ਇਹ ਬੰਦਾ ਡਿਸਟਰਬ ਹੈ, ਇਹਨੂੰ ਕਿਸੇ ਹੋਰ ਹਸਪੀਟਲ ਲੈ ਕੇ ਜਾਓ। ਤੋ ਸਾਡੀ ਦਸ਼ਾ ਕੀ ਹੈ? ਜਿੱਥੇ ਸਾਨੂੰ ਕੋਈ ਚੰਗਿਆਈ ਮਿਲਦੀ ਅਸੀਂ ਸਭ ਤੋਂ ਪਹਿਲਾਂ ਇਹ ਕਹਿੰਦੇ ਵੀ ਪਹਿਲਾਂ ਇਹ ਬੰਦਾ ਕਿਹੜਾ ਦੁੱਧ ਧੋਤਾ ਹੈ, ਵੀ ਤੇਰਾ ਕੰਸਰਨ ਚੰਗਿਆਈ ਨਾਲ ਹੋਣਾ ਚਾਹੀਦਾ। ਤੂੰ ਉਹਦੀਆਂ ਰਿਪੋਰਟਾਂ ਚੈੱਕ ਨਾ ਕਰ, ਤੂੰ ਆਪਣੀਆਂ ਕਰ। ਆਪਣੀ ਪ੍ਰੋਬਲਮ ਠੀਕ ਕਰਨ ਵਾਲ ਪਹਿਲਾਂ ਤੁਰ। ਪਰ ਮਨੁੱਖ ਦਾ ਸੁਭਾਅ ਪਹਿਲਾਂ ਸਾਰੀ ਦੁਨੀਆ ਤੰਦਰੁਸਤ ਹੋ ਜਾਏ ਫਿਰ ਮੈਂ ਸੋਚਾਂਗਾ ਵੀ ਦਵਾਈ ਖਾਣੀ ਹੈ ਕਿ ਨਹੀਂ ਖਾਣੀ। ਬਸ ਉਹ ਫਿਰ ਜਿੱਥੇ ਬੰਦਾ ਖੜਾ ਉੱਥੇ ਹੀ ਖੜਾ ਰਹਿੰਦਾ, ਨਾ ਉਦੋਂ ਅੱਗੇ ਤੁਰਦਾ। ਹਰ ਕੋਈ ਬੰਦਾ ਜਦੋਂ ਐਸੀ ਧਾਰਨਾ ਦਾ ਸ਼ਿਕਾਰ ਹੁੰਦਾ ਹੈ, ਐਸੇ ਸੁਭਾਅ ਦਾ ਸ਼ਿਕਾਰ ਹੁੰਦਾ ਹੈ, ਤੇ ਉਹ ਅੱਗੇ ਤੁਰਨ ਦਾ ਯਤਨ ਹੀ ਨਹੀਂ ਕਰਦਾ। ਖੜੋਤ ਆ ਜਾਂਦੀ, ਬ੍ਰੇਕ ਲੱਗ ਜਾਂਦੀ। ਤਾਂ ਗੁਰੂ ਸਾਹਿਬ ਜੀ ਇਸ ਮੁਬਾਰਕ ਸ਼ਬਦ ਵਿੱਚ ਇਸ ਤੋਂ ਬਹੁਤ ਉੱਚੀ ਅਵਸਥਾ ਦਾ ਜ਼ਿਕਰ ਕਰਦੇ ਹਨ। ਉਹ ਕਿਹੜੀ ਹੈ? ਜਿੱਥੇ ਮਾਨਸਿਕ ਆਤਮਿਕ ਖੜੋਤ ਟੁੱਟ ਗਈ, ਜਿੱਥੇ ਅੰਦਰੂਨੀ ਤੌਰ ਤੇ ਪੂਰਨ ਤਬਦੀਲੀ ਵਾਪਰ ਗਈ। ਗਰੀਬ ਨਵਾਜ਼ ਦਾ ਬਚਨ ਆਪਾਂ ਪੜ੍ਹਦੇ ਹਾਂ, ਹਜ਼ੂਰ ਫਰਮਾਉਂਦੇ ਨੇ, ਅਬ ਮੋਹੇ ਮੈਂ ਹੁਣ, ਜਾਂ ਹੁਣ ਮੈਂ ਸਰਬ ਕੁਸ਼ਲ ਕਰ ਮਾਨਿਆ। ਕੁਸ਼ਲ ਦਾ ਮਤਲਬ ਹੈ ਖੁਸ਼ੀ। ਆਪਾਂ ਹਿੰਦੀ ਦਾ ਸ਼ਬਦ ਕੁਸ਼ਲ ਮੰਗਲ, ਸੁੱਖ ਸਾਂਦ, ਜਿਹਨੂੰ ਆਪਾਂ ਕਹਿੰਦੇ ਸੁੱਖ ਸਾਂਦ ਪੁੱਛਣੀ, ਹਾਲ ਚਾਲ ਪੁੱਛਣਾ। ਤੋ ਉਹ ਜਦੋਂ ਅਸੀਂ ਪੁੱਛਦੇ ਹਾਂ ਤਾਂ ਉਹਦੇ ਵਿੱਚ ਭਾਵ ਇਹ ਹੋਣਾ ਚਾਹੀਦਾ, ਜਾਂ ਇਹ ਹੁੰਦਾ ਹੈ ਕਿ ਇਸ ਬੰਦੇ ਦੀ ਸੁੱਖ ਸਮਰਿੱਧੀ ਜਾਂ ਤੰਦਰੁਸਤੀ ਜਾਂ ਚੜ੍ਹਦੀ ਕਲਾ ਦਾ ਪੁੱਛੀਏ ਵੀ ਠੀਕ ਹੈ। ਜੇ ਜ਼ਰੂਰਤ ਹੋਈ ਤੇ ਹੈਲਪ ਕਰ ਦਿਆਂਗੇ, ਜੇ ਨਾ ਹੋਈ ਤਾਂ ਦਿਲਾਸਾ ਦੇ ਦਿਆਂਗੇ, ਜੋ ਵੀ ਹੈ। ਕਹਿੰਦੇ ਨੇ ਅਬ ਮੋਏ ਹੁਣ ਮੈਂ ਸਰਬ, ਹਰ ਤਰ੍ਹਾਂ ਦਾ। ਸਰਬ ਦਾ ਮਤਲਬ ਹੁੰਦਾ ਹੈ ਮੁਕੰਮਲ, ਪੂਰਨ ਤੌਰ ਦੇ ਉੱਤੇ, ਜਿਹਦੇ 'ਚ ਘਾਟ ਕਮਜ਼ੋਰੀ, ਜਾਂ ਇਹ ਨਹੀਂ ਆਪਾਂ ਕਹਿ ਸਕਦੇ 95% ਹੈ, 80% ਹੈ, 70% ਹੈ, 60 70 80, ਇਹ ਕੋਈ ਰੇਸ਼ੋ ਹੀ ਨਹੀਂ। ਸਰਬ ਦਾ ਮਤਲਬ ਮੁਕੰਮਲ ਰੂਪ ਵਿੱਚ ਕੁਸ਼ਲ ਕਰ ਮਾਨਿਆ। ਹੁਣ ਮੇਰਾ ਮਨ ਜਿਹੜਾ ਹੈ, ਜਾਂ ਮੇਰੀ ਸੁਰਤ ਜਿਹੜੀ ਹੈ, ਮੁਕੰਮਲ ਸੁੱਖ ਤੇ ਕਲਿਆਣ ਦਾ, ਮੁਕੰਮਲ ਆਨੰਦ ਦਾ ਲਾਹਾ ਪ੍ਰਾਪਤ ਕਰ ਰਹੀ ਹੈ। ਮੈਂ ਹੁਣ ਖੁਸ਼ੀ ਮੰਨ ਲਈ ਹੈ, ਆਨੰਦ ਪ੍ਰਵਾਨ ਕਰ ਲਿਆ ਹੈ। ਸ਼ਾਂਤ ਭਈ, ਸ਼ਾਂਤ ਦਾ ਮਤਲਬ ਹੈ ਟਿਕਾਊ, ਸਟੇਬਲ। ਸ਼ਾਂਤ ਭਈ ਜਬ ਗੋਬਿੰਦ ਜਾਣੇ। ਕਹਿੰਦੇ ਨੇ ਹੁਣ ਮੇਰੇ ਅੰਦਰ ਸ਼ਾਂਤੀ ਵਰਤ ਗਈ ਹੈ, ਟਿਕਾਊ ਵਰਤ ਗਿਆ ਹੈ।
ਭਟਕਣਾ ਮੁੱਕ ਗਈ, ਹਰ ਕਿਸਮ ਦੀ ਭਟਕਣਾ ਜਿਹੜੀ ਆ ਉਹ ਮੇਰੇ ਅੰਦਰੋਂ ਮੁੱਕ ਗਈ ਹੈ ਤੇ ਪੂਰਨ ਆਨੰਦ ਦਾ ਵਾਸਾ ਮੇਰੇ ਅੰਦਰ ਹੋ ਗਿਆ ਹੈ। ਇਹ ਸਾਰਾ ਕੁਝ ਕਦੋਂ ਹੋਇਆ? ਜਬ ਗੋਬਿੰਦ ਜਾਣਿਆ। ਜਦੋਂ ਮੈਂ ਗੋਬਿੰਦ ਨੂੰ ਜਾਣ ਲਿਆ, ਬੁੱਝ ਲਿਆ, ਪਾ ਲਿਆ, ਜਦੋਂ ਮੈਂ ਪਰਮੇਸ਼ਰ ਨੂੰ ਜਾਣ ਲਿਆ। ਉਸ ਨੂੰ ਜਾਣਨ ਦੇ ਆਪਾਂ ਸਾਰੇ ਸ਼ਬਦਾਂ ਨੂੰ ਜਦੋਂ ਆਪਾਂ ਰਲਾ ਕੇ ਇਸੇ ਕਰਕੇ ਪੜ੍ਹਦੇ ਹਾਂ ਕਿ ਸਾਨੂੰ ਥੋੜ੍ਹਾ ਜਿਹਾ ਉਹ ਵੀ ਛੋਹ ਮਿਲ ਜਾਏ ਉਸ ਪਾਸੇ ਦੀ ਵੀ ਕਿ ਉਹ ਸਰਵ ਵਿਆਪੀ ਹੈ, ਉਹਦਾ ਹੁਕਮ ਹੀ ਚਾਰ ਸ਼ਫੇਰੇ ਵਰਤ ਰਿਹਾ ਹੈ, ਉਹ ਘਟ ਘਟ ਵਿੱਚ ਵਾਪਰਦਾ ਹੈ, ਕੋਈ ਭਿੰਨ ਭੇਦ ਨਹੀਂ, ਨਾ ਮਰਦਾ ਹੈ, ਨਾ ਜੰਮਦਾ ਹੈ, ਨਾ ਬਦਲਦਾ ਹੈ, ਨਾ ਸਮੇਂ ਦਾ ਪ੍ਰਭਾਵ ਹੈ। ਉਹਦਾ ਹੁਕਮ ਦਾ ਵਰਤਾਰਾ ਹੀ ਚਾਰ ਸ਼ਫੇਰੇ ਹੈ। ਉਹਦੀ ਰਜ਼ਾ 'ਚ ਰਾਜ਼ੀ ਰਹਿਣਾ, ਉਹਦੇ ਗੁਣਾਂ ਨੂੰ, ਉਹਦੀ ਹੋਂਦ ਦਾ ਅਹਿਸਾਸ ਕਰਨਾ, ਉਹਦੇ ਨਾਮ, ਉਹਦੀ ਇਬਾਦਤ ਨਾਲ ਜੁੜਨਾ, ਤਾਂ ਇੱਕ ਪ੍ਰੋਸੈਸ ਹੈ। ਪਰ ਆਪਾਂ ਕੇਵਲ ਸ਼ਬਦ ਦੇ ਭਾਵ ਅਰਥਾਂ ਤੱਕ ਰਹਾਂਗੇ। ਗੋਬਿੰਦ ਜਾਣਿਆ, ਜਦੋਂ ਗੋਬਿੰਦ ਨੂੰ ਜਾਣ ਲਿਆ। ਹੁਣ ਇਹ ਸਾਰੀ ਤਬਦੀਲੀ ਕਿੱਥੇ ਹੈ? ਪਹਿਲੇ ਬੰਦ ਵਿੱਚ ਫਰਮਾਉਂਦੇ ਨੇ, ਜਮ ਤੇ ਉਲਟ ਭਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਬਿਸਰਾਮ। ਸਾਡਾ ਇੱਕ ਮੁਹਾਵਰਾ ਹੁੰਦਾ ਹੈ ਪੰਜਾਬੀ ਦਾ, ਕੋਈ ਬੰਦਾ ਸਾਨੂੰ ਬੇਤਹਾਸ਼ਾ ਅੰਤਾਂ ਦਾ ਪਰੇਸ਼ਾਨ ਕਰੇ, ਦੁਖੀ ਕਰੇ, ਤੇ ਉਸ ਬੰਦੇ ਦੀ ਇਮੇਜ ਤੇ ਉਹਦਾ ਕਰਮ ਜਿਹੜਾ ਉਹ ਸਾਡੇ ਲਈ ਦੁੱਖਾਂ ਦਾ, ਮੁਸ਼ਕਲਾਂ ਦਾ, ਹਮੇਸ਼ਾ ਵਿਪਦਾਵਾਂ ਦਾ ਸਬੱਬ ਹੀ ਬਣਿਆ। ਤੇ ਆਪਾਂ ਇੱਕ ਸ਼ਬਦ ਵਰਤਦੇ, ਬੰਦਾ ਜਮ ਹੋ ਕੇ ਟੱਕਰਿਆ। ਜਮ ਸ਼ਬਦ ਮੌਤ ਲਈ ਵਰਤਿਆ ਜਾਂਦਾ। ਇਹ ਤਾਂ ਸਾਡਾ ਕਾਲ ਹੈ, ਇਹ ਸਾਡਾ ਜਮ ਹੈ, ਇਹ ਸਾਡੀ ਮੌਤ ਹੈ। ਜਾਨੀ ਕਿ ਜਿੱਥੇ ਦੁੱਖਾਂ ਦਾ ਅੰਤ ਹੀ ਕੋਈ ਨਹੀਂ, ਬੇਤਹਾਸ਼ਾ ਤਕਲੀਫ। ਉਹ ਬੰਦਾ ਜਦੋਂ ਆਏਗਾ ਨਾ, ਤਕਲੀਫ ਤੇ ਦੁੱਖ ਹੀ ਲੈ ਕੇ, ਉਹਨੂੰ ਆਪਾਂ ਕਹਿੰਦੇ ਨੇ ਵੀ ਜਿਹੜਾ ਸੁੱਖ ਦਾ ਸਾਹ ਹੀ ਨਾ, ਜਿਹਦੇ ਵੱਲੋਂ ਤੁਹਾਨੂੰ ਕੋਈ ਥੋੜ੍ਹੀ ਬਹੁਤ, ਜ਼ਰਾ ਜਿੰਨੀ ਵੀ, ਥੋੜ੍ਹਾ ਬਹੁਤ ਵੀ ਤੁਹਾਨੂੰ ਆਰਾਮਦਾਇਕ ਕਿਤੇ ਪਲ ਉਹਦੇ ਵੱਲੋਂ ਨਸੀਬ ਨਾ ਹੋਵੇ, ਤੇ ਆਪਾਂ ਉਹਨੂੰ ਕਹਿ ਦਿੰਦੇ ਜਮ ਹੋ ਕੇ ਟੱਕਰ ਗਏ। ਤਾਂ ਮੁਹਾਵਰਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਨਾ ਵੀ ਬੰਦਾ ਆਪਣਾ ਕਰੈਕਟਰ ਹੀ ਕਿਵੇਂ ਦਾ ਬਿਲਡ ਕਰ ਲੈਂਦਾ ਹੈ ਕਿ ਦੂਜੇ ਬੰਦੇ ਨੂੰ ਉਹਦੇ ਤੋਂ ਇੰਨੀ ਤੰਗੀ ਹੋਣ ਲੱਗਦੀ ਹੈ ਕਿ ਉਹ ਕਈ ਵਾਰ ਕਹਿ ਦਿੰਦਾ ਜਾਂ ਇਹ ਮਰ ਜਾਏ ਤੇ ਜਾਂ ਮੈਂ ਮਰ ਜਾਵਾਂ, ਇੱਕ ਦੀ ਜਾਨ ਛੁੱਟ ਜਾਏ ਘੱਟੋ ਘੱਟ। ਹੁਣ ਜਮ ਹੋ ਕੇ ਟੱਕਰ ਗਿਆ। ਇੱਕ ਇਨਸਾਨ ਦੀ ਇਮੇਜ ਤੇ ਨਹੀਂ ਸੀ ਹੋਣੀ ਚਾਹੀਦੀ, ਪਰ ਹੋ ਗਈ। ਸ਼ਾਇਦ ਦੋਵਾਂ ਦੀ ਈਗੋ ਟਕਰਾ ਗਈ, ਜਾਂ ਸਵਾਰਥ ਟਕਰਾ ਗਿਆ, ਕੁਝ ਵੀ ਕਹਿ ਲਓ, ਪਰਸਨੈਲਿਟੀ ਕਲੈਸ਼ ਹੋ ਗਿਆ, ਵਿਚਾਰਾਂ ਦਾ ਟਕਰਾਅ ਹੋ ਕਰੀ। ਵਿਚਾਰਾਂ ਦਾ ਟਕਰਾਅ ਵੀ ਐਡਾ ਖਤਰਨਾਕ ਨਹੀਂ ਹੋ ਸਕਦਾ ਜੇ ਤੁਸੀਂ ਉਹਨੂੰ ਹੈਂਡਲ ਕਰਨ ਦੀ ਜੁਗਤ ਰੱਖਦੇ ਹੋ। ਤੁਸੀਂ ਗੱਲ ਹੀ ਓਨੀ ਕਰੋ ਜਿੱਥੇ ਟਕਰਾਅ ਨਾ ਵਧੇ, ਬਾਕੀ ਛੱਡ ਦਿਓ। ਨਹੀਂ ਪਸੰਦ ਤੇ ਛੱਡ ਦਿਓ। ਪਰ ਪ੍ਰੋਬਲਮ ਉਦੋਂ ਆਏਗੀ ਜਦੋਂ ਤੁਸੀਂ ਦੂਜੇ ਦੇ ਮੂੰਹ ਤੇ ਹੱਥ ਰੱਖਣ ਦੀ ਕੋਸ਼ਿਸ਼ ਕਰੋ ਵੀ ਜੇ ਮੈਨੂੰ ਪਸੰਦ ਨਹੀਂ, ਤੂੰ ਕਹਿ ਵੀ ਨਹੀਂ ਸਕਦਾ। ਇਹਨੂੰ ਅਸੀਂ ਇੰਟਰਫੇਰੈਂਸ ਕਹਿੰਦੇ ਹਾਂ। ਦੂਜੇ ਬੰਦੇ ਦੀ ਹੱਕਾਂ ਵਿੱਚ ਇੰਟਰਫੇਰੈਂਸ ਕਰਨਾ। ਖੈਰ, ਤੋ ਇੱਥੇ ਫਰਮਾਉਂਦੇ ਨੇ ਜਮ ਤੇ ਉਲਟ ਭਏ ਹੈ ਰਾਮ। ਕਹਿੰਦੇ ਨੇ ਮੌਤ ਤੋਂ ਬਦਤਰ, ਮੁਸ਼ਕਲਾਂ, ਮੁਸੀਬਤਾਂ, ਦੁੱਖਾਂ ਭਰੇ ਜਿਹੜੇ ਸਾਥੀ ਸਨ, ਉਹ ਹੁਣ ਬਦਲ ਕੇ ਰੱਬ ਰੂਪ ਹੋ ਗਏ। ਤੁਸੀਂ ਵੇਖੋ ਨਾ, ਜਿਹੜਾ ਸਿਰੇ ਦਾ ਤੁਹਾਡਾ ਦੁਸ਼ਮਣ ਉਹ ਤੁਹਾਡਾ ਮਿੱਤਰ ਬਣ ਜਾਏ, ਤੁਹਾਡੇ ਨਾਲ ਖਲੋਣ ਵਾਲਾ ਬਣ ਜਾਏ, ਤੁਹਾਡੀ ਜ਼ਿੰਦਗੀ 'ਚ ਕਿੰਨੀ ਰਾਹਤ ਆ ਜਾਂਦੀ ਵੀ ਸਭ ਤੋਂ ਵੱਡੀ ਮੁਸੀਬਤ ਮੇਰੀ ਜ਼ਿੰਦਗੀ ਦੀ, ਉਹ ਹੁਣ ਮੇਰੇ ਲਈ ਸੁੱਖ ਬਣ ਗਿਆ। ਜਿੰਨੀ ਸਪੇਸ ਉਹਦਾ ਕਰਕੇ ਦੁੱਖਾਂ ਨੇ ਘੇਰ ਲਈ ਸੀ ਲਾਈਫ ਦੀ, ਜ਼ਿੰਦਗੀ ਦੀ, ਉਹ ਸਾਰੀ ਸੁੱਖਾਂ ਨਾਲ ਯਕਦਮ ਭਰ ਜਾਏ। ਕਹਿੰਦੇ ਨੇ ਦੁੱਖਾਂ ਵਰਗੇ ਮਿੱਤਰ ਜਿਹੜੇ ਸਨ ਉਹ ਹੁਣ ਰੱਬ ਰੂਪ ਹੋ ਗਏ। ਇੱਥੇ ਕਿਹਨੂੰ ਕਿਹਾ ਹੈ? ਇੰਦਰੀਆਂ। ਜਿਹੜੇ ਸਾਡੇ ਅਸਲ ਮਿੱਤਰ ਤਾਂ ਸਾਡੇ ਪਹਿਲੇ ਇਹ ਨੇ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਸੇ ਜਾਨੀ ਚੱਲ, ਮੇਰੇ ਅਸਲ ਮਿੱਤਰ ਤੁਰ ਗਏ। ਤੋ ਅੱਖਾਂ ਜਿਹੜੀਆਂ ਨੇ, ਨੱਕ ਹੈ, ਜਿਹੜੇ ਪੰਜੇ ਗਿਆਨ ਇੰਦਰੀਆਂ ਨੇ ਸਾਡੇ, ਜਿਨ੍ਹਾਂ ਦੇ ਰਾਹੀਂ ਅਸੀਂ ਦੁਨੀਆ ਨਾਲ ਸਾਂਝ ਬਣਾਉਂਦੇ ਹਾਂ। ਇਕੱਠਾ ਕੀ ਕਰਦੇ ਸਨ? ਜਿਹਨੂੰ ਵੇਖਣਾ ਉਹਨੂੰ ਨਸਲ, ਜ਼ਾਤ, ਵਿਰੋਧੀ, ਵੈਰੀ, ਬੁਰਾ। ਜਦੋਂ ਸਾਡੀ ਦ੍ਰਿਸ਼ਟੀ 'ਚ ਕੋਈ ਹੈ ਹੀ ਨਹੀਂ ਚੰਗਾ, ਤਾਂ ਜੋ ਉਸ ਬੰਦੇ ਨੂੰ ਵੇਖ ਕੇ ਅਸੀਂ ਗ੍ਰਹਿਣ ਕੀਤਾ ਹੈ, ਉਹ ਜਾਣਾ ਕਿੱਥੇ ਹੈ? ਜੋ ਅਸੀਂ ਲਿਆ ਬੰਦਾ ਤਾਂ ਰਾਹ ਜਾਂਦਾ ਹੈ,
ਉਹਨੂੰ ਵੇਖਦਿਆਂ ਸਾਰ ਸਾਡੀ ਅੱਖ ਦਾ ਜਿਹੜਾ ਦ੍ਰਿਸ਼ਟੀਕੋਣ ਸੀ, ਉਹਨੂੰ ਜਦੋਂ ਵੇਖਿਆ ਤੇ ਸਾਡੇ ਅੰਦਰ ਇੱਕੋ ਹੀ ਖਿਆਲ ਹੈ, ਬੜਾ ਘਟੀਆ ਵਾ, ਬੜਾ ਬੁਰਾ ਹੈ, ਇਹਦੀ ਜਾਤ ਵੀ ਨਹੀਂ, ਵੀ ਇਹਦਾ ਮਜ਼ਹਬ ਨਹੀਂ ਚੰਗਾ, ਇਹਦਾ ਆ ਨਹੀਂ ਚੰਗਾ, ਉਹ ਨਹੀਂ। ਅਸੀਂ ਉਹਦੇ ਚੋਂ, ਉਹ ਤਾਂ ਚਲਾ ਗਿਆ ਨਾ, ਉਹਨੇ ਸਾਨੂੰ ਬੁਲਾਇਆ ਨਾ ਖਵਾਇਆ, ਉਹ ਆਪਣੇ ਕੰਮ, ਪਰ ਉਹਦੇ ਚੋਂ ਉਹਨੂੰ ਵੇਖ ਕੇ ਜੋ ਜ਼ਹਿਰ ਅਸੀਂ ਖੱਟਿਆ ਹੈ, ਉਹ ਅਸੀਂ ਪਿਆਇਆ ਕਿਹਨੂੰ? ਖੁਦ ਨੂੰ ਹੀ। ਉਹ ਜ਼ਹਿਰ ਜਿਹੜਾ ਅਸੀਂ ਦਿੱਤਾ, ਖੁਦ ਨੂੰ ਹੀ ਦਿੱਤਾ ਨਾ, ਆਤਮ ਘਾਤ ਕਰਨ ਲਈ। ਤੇ ਜਦੋਂ ਅਸੀਂ ਉਹ ਜ਼ਹਿਰ ਪਿਆ ਹੀ ਖੁਦ ਨੂੰ ਰਹੇ ਹਾਂ, ਜਦੋਂ ਜ਼ਹਿਰ ਅਸੀਂ ਦੇ ਹੀ ਖੁਦ ਨੂੰ ਰਹੇ ਹਾਂ, ਤਾਂ ਗਰੀਬ ਰਿਵਾਜ ਕਹਿੰਦੇ ਨੇ ਵੀ ਫਿਰ ਉਹਦਾ ਅਸਰ ਕਿਹਨੂੰ ਹੋਏਗਾ? ਵਿਸ ਖਾਧੀ ਤਤਕਾਲ ਮਰ ਜਾਏ, ਉਹ ਖੁਦ ਨੂੰ ਹੋਏਗਾ, ਜਿਹਨੇ ਪੀਤਾ ਹੈ ਅਸਰ ਉਹਦੇ ਤੇ। ਇਸੇ ਤਰ੍ਹਾਂ ਕੋਈ ਵੀ ਵਿਸ਼ੇ ਵਕਾਰ ਜਿਹੜਾ ਹੈ, ਉਹਨੂੰ ਜਿਹਨੂੰ ਵਾਰੀ-ਵਾਰੀ ਗੁਰੂ ਸਾਹਿਬ ਨੇ ਐਕਸਪਲੇਨ ਕੀਤਾ ਹੈ। ਫਿਰ ਕਹਿੰਦੇ ਨੇ ਦੁੱਖ ਬਿਨਸੇ ਸੁੱਖ ਕੀਓ ਬਿਸਰਾਮ। ਤੋ ਇਹਨਾਂ ਰਾਹੀਂ ਜਿਹੜੇ ਜੀਵਨ 'ਚ ਦੁੱਖ ਇਕੱਠੇ ਹੋ ਰਹੇ ਸਨ, ਉਹ ਖਤਮ ਹੋ ਗਏ ਤੇ ਸੁੱਖ ਦਾ ਵਾਸਾ ਹੋ ਗਿਆ। ਬੈਰੀ ਉਲਟ ਭਏ ਹੈ ਮੀਤਾ, ਮਾਨੋ ਜਿਵੇਂ ਮੇਰੇ ਵੈਰੀ ਬਦਲ ਕੇ, ਉਲਟ ਬਦਲ ਕੇ ਮਿੱਤਰ ਬਣ ਗਏ। ਜਿਹੜੇ ਵੈਰ ਕਮਾਉਣ ਵਾਲੇ ਸਨ, ਦੁਸ਼ਮਣੀ ਕਰਨ ਵਾਲੇ ਸਨ, ਉਹ ਮੇਰੇ ਮਿੱਤਰਾਚਾਰੀ ਕਰਨ ਵਾਲੇ ਹੋ ਗਏ। ਸਾਕਤ ਉਲਟ ਸੁਜਨ ਭਏ ਚੀਤਾ, ਸਾਕਤ ਰੱਬ ਤੋਂ ਟੁੱਟੇ ਹੋਏ, ਗੁਨਾਹਗਾਰ, ਗੁਨਾਹੇ ਅਮਲ ਕਰਨ ਵਾਲੇ। ਤੋ ਕਹਿੰਦੇ ਨੇ ਜਿਹੜੇ ਐਸੇ ਗੁਨਾਹਗਾਰ, ਮੰਦੇ ਅਮਲ ਕਰਨ ਵਾਲੇ, ਰੱਬੀ ਅਹਿਸਾਸ ਤੋਂ ਵੀ ਹੋਣੇ ਸਨ, ਉਹ ਹੁਣ ਕੀ ਹੋ ਗਏ? ਸੁਜਨ, ਗੁਰਮੁਖ, ਨੇਕ ਅਮਲਾਂ ਵਾਲੇ, ਉੱਚੇ ਆਚਰਣ ਵਾਲੇ। ਤੇ ਬਣੇ ਵੀ ਉਹ ਚੀਤਾ, ਮਤਲਬ ਅੰਦਰੋਂ ਬਣੇ। ਇੱਕ ਤਾਂ ਹੁੰਦਾ ਵਿਖਾਵੇ ਮਾਤਰ ਗੁਰਮੁਖ ਬਣਨਾ, ਜੇ ਮੈਂ ਵਿਖਾਵੇ ਮਾਤਰ ਅੱਖਾਂ ਮੀਟ ਲਵਾਂ, ਵਿਖਾਵੇ ਮਾਤਰ ਜਿਹੜਾ ਹੈ ਉਹ ਸਾਰਾ ਕੁਝ, ਫਿਜ਼ੀਕਲੀ ਵੀ ਬੰਦਾ ਜਿਹੜਾ ਇੰਪ੍ਰੈਸ਼ਨ ਹੈ ਉਹਦੇ ਵਿੱਚ ਪਹਿਲਾ ਵਿਖਾਵਾ ਤਾਂ ਉਹਦੇ ਰਾਹੀਂ ਕਰਦਾ ਹੈ। ਮੰਨ ਲਓ ਪਹਿਰਾਵਾ ਧਾਰਮਿਕ ਹੈ, ਜੇ ਤੁਹਾਡਾ ਇੰਪ੍ਰੈਸ਼ਨ ਗਲਤ ਹੋਵੇ ਤਾਂ ਵੀ ਅਗਲਾ ਵੇਖ ਲੈਂਦਾ ਵੀ ਹੈ ਨਹੀਂ ਪੱਲੇ, ਇਕੱਲਾ ਉੱਦਾਂ ਹੀ ਪਹਿਰਾਵਾ ਪਾ ਕੇ ਆ ਗਿਆ। ਬੰਦਾ ਸੋਚਦਾ ਹੈ ਵੀ ਪਹਿਰਾਵੇ ਦੇ ਹਿਸਾਬ ਨਾਲ ਥੋੜ੍ਹਾ ਹਾਵ ਭਾਵ ਵੀ ਚੇਂਜ ਕਰ ਲਈਏ, ਇੱਥੋਂ ਵੀ ਤੇ ਘੱਟੋ ਘੱਟ ਸ਼ੱਕ ਨਾ ਪਵੇ ਕਿਸੇ ਨੂੰ ਵੀ ਬੰਦਾ ਐਵੇਂ ਹੀ ਪਹਿਰਾਵਾ ਹੀ ਪਾ ਆਇਆ, ਵੀ ਬਾਕੀ ਤਾਂ ਕੋਈ ਨਹੀਂ। ਤਾਂ ਉਹ ਅੰਦਰੋਂ, ਇਹਦਾ ਕੋਈ ਜ਼ਰੂਰੀ ਨਹੀਂ ਵੀ ਜੇ ਤੁਹਾਡੇ ਹਾਵ ਭਾਵ ਚੇਂਜ ਹੋ ਗਏ ਨੇ ਬਾਹਰੋਂ ਤੇ ਤੁਹਾਡਾ ਅੰਦਰ ਵੀ ਚੇਂਜ ਹੋ ਗਿਆ ਹੋਵੇ। ਹਾਵ ਭਾਵ ਤਾਂ ਲੋਕਾਂ ਨੂੰ ਇਉਂ ਕਹਿ ਲਓ ਵੀ ਟਿਕਾਈ ਰੱਖਣ ਦਾ ਸਾਧਨ ਹੁੰਦਾ ਹੈ, ਵੀ ਟਿਕਾਈ ਰੱਖਣ ਦਾ ਸਾਧਨ। ਵੀ ਵੈਸੇ ਕੋਈ ਮਿਲਦਾ ਤੇ ਗੋਡੀਆਂ ਹੱਥ ਲਾ ਦਿਓ, ਤੂੰ ਜਾਂਦਾ ਤੇ ਮਗਰੋਂ ਗਾਲ ਕੱਢ ਦਿਓ। ਉਹ ਜਿਹੜਾ ਹਾਵ ਭਾਵ ਸੀ ਉਹ ਕੀ ਸੀ? ਅਗਲੇ ਦੀ ਹਉਮੈ ਨੂੰ ਖੁਰਾਕ ਦੇ ਦਿਓ, ਉਹ ਵੀ ਖੁਸ਼। ਆਪਾਂ ਆਪਣਾ ਸਵਾਰਥ ਕੱਢਣਾ ਸੀ, ਜਦੋਂ ਹੀ ਗਿਆ ਮਗਰੋਂ ਕਿਹਾ ਇਹ ਕਿਹੜੇ ਬੰਦਿਆਂ ਚੋਂ ਬੰਦਾ ਹੈ। ਤਾਂ ਅਸੀਂ ਆਪਣਾ ਜ਼ਹਿਰ ਉਹਦੇ ਸਾਹਮਣੇ ਨਹੀਂ ਸੀ ਕੱਢ ਸਕਦੇ, ਮਗਰ ਕੱਢ ਲਿਆ। ਉਹ ਤੋਂ ਲਾਭ ਲੈਣਾ ਸੀ, ਇਸ ਕਰਕੇ ਉਹਦੇ ਗੋਡੀਆਂ ਹੱਥ ਵੀ ਲਾ ਲਿਆ। ਪਰ ਤੁਸੀਂ ਵੇਖੋ ਬੰਦਾ ਇੱਕ ਨਹੀਂ ਦੋ, ਕਿੰਨੀਆਂ ਕਿਸਮ ਦੀਆਂ ਜ਼ਿੰਦਗੀਆਂ ਜੀਂਦਾ ਹੈ, ਕਿੰਨੇ ਕਿਸਮ ਦਾ। ਤੋ ਇਹਦੇ ਨਾਲੋਂ ਸੌਖਾ ਰਿਹਾ ਵੀ ਰਾਹ ਹੀ ਚੇਂਜ ਕਰ ਲਓ, ਨਹੀਂ ਤੁਹਾਨੂੰ ਸੂਟ ਕਰਦਾ ਰਾਹ ਹੀ ਚੇਂਜ ਕਰ ਲਓ। ਪਰ ਆਦਤ ਤੋਂ ਮਜਬੂਰ ਬੰਦਾ ਕਰੇ ਕੀ? ਤੋ ਇੱਥੇ ਫਰਮਾਉਂਦੇ ਨੇ ਸਾਕਤ ਉਲਟ ਸੁਜਨ ਪਏ, ਬਾਹਰੋਂ ਨਹੀਂ ਬਣੇ, ਅੰਦਰੋਂ, ਅੰਦਰੋਂ ਮਿੱਤਰ ਬਣ ਗਏ, ਅੰਦਰੋਂ ਗੁਰਮੁਖ ਹੋ ਗਏ। ਯਾਨੀ ਕਿ ਸੁਭਾਅ ਹੀ ਚੇਂਜ ਹੋ ਗਿਆ, ਮੈਂਟੈਲਿਟੀ ਬਦਲ ਗਈ। ਫਿਰ ਅੱਗੇ ਕਹਿੰਦੇ ਹਨ ਤਨਮੈ ਹੋਤੀ ਕੋਟ ਉਪਾਦ, ਜਿਹੜੇ ਸਰੀਰ ਦੇ ਵਿੱਚ ਕਰੋੜਾਂ ਹੀ ਉਪੱਦਰ ਸਨ। ਉਪਾਦ ਦਾ ਮਤਲਬ ਹੈ ਉਪੱਦਰ, ਖਰਾਬੀਆਂ। ਜਿੱਥੇ ਕਰੋੜਾਂ ਹੀ ਖਰਾਬੀਆਂ ਪੈਦਾ, ਰੋਜ਼ ਹੀ ਐਸੇ ਖਿਆਲ ਉਤਪੰਨ ਹੁੰਦੇ ਸਨ ਜਿਹੜੇ ਸਰੀਰ ਨੂੰ ਟਿਕਣ ਨਹੀਂ ਸਨ ਦਿੰਦੇ। ਬੇਚੈਨੀਆਂ ਪੈਦਾ ਹੁੰਦੀਆਂ ਸਨ, ਇਰੀਟੇਸ਼ਨ ਪੈਦਾ ਹੁੰਦੀ ਸੀ, ਡਿਸਟਰਬੈਂਸ ਪੈਦਾ ਹੁੰਦੀ ਸੀ। ਅੰਦਰੂਨੀ ਤੌਰ ਦੇ ਉੱਤੇ ਹੀ ਇੰਨਾ ਕੁਝ ਬੰਦਾ ਜਿਹੜਾ ਝੱਲਦਾ ਸੀ। ਕਹਿੰਦੇ ਨੇ ਉਲਟ ਭਈ ਸੁਖ ਸਹਿਜ, ਉਹ ਅਵਸਥਾ ਹੁਣ ਬਦਲ ਗਈ, ਚੇਂਜ ਹੋ ਕੇ ਕੀ ਹੋ ਗਿਆ? ਸੁਖ ਹੈ, ਬਸ ਟਿਕਾ ਹੈ, ਸਹਿਜ ਸਮਾਧ, ਬਿਲਕੁਲ ਸੁਖ ਵਿੱਚ ਸਥਿਤ ਹੋ ਜਾਣਾ, ਉਹਨੂੰ ਸਹਿਜ ਸਮਾਧ ਕਹਿੰਦੇ। ਆਪ ਪਛਾਨੈ ਆਪੇ ਆਪ। ਹੁਣ ਮੇਰਾ ਮਨ ਖੁਦ ਨੂੰ ਪਛਾਣਦਾ ਹੈ, ਖੁਦ ਨੂੰ ਖੋਜਦਾ ਹੈ, ਖੁਦ ਨੂੰ ਹੀ ਖੋਜਦਾ, ਖੁਦ ਨੂੰ ਪਛਾਣਦਾ ਹੈ। ਤੇ ਕੀ ਮਹਿਸੂਸ ਕਰਦਾ ਹੈ? ਆਪੇ ਆਪ। ਉਹ ਵਾਹਿਗੁਰੂ ਆਪ ਹੀ ਆਪ ਵਰਤ ਰਿਹਾ ਹੈ, ਅੰਤਰ ਬਾਹਰ ਹਰ ਪ੍ਰਭ ਏਕੋ। ਰੋਗ ਨਾ ਵਿਆਪੈ ਤੀਨੋਂ ਤਾਪ। ਕਹਿੰਦੇ ਤਿੰਨਾਂ ਤਾਪਾਂ ਦਾ ਹੁਣ ਰੋਗ ਨਹੀਂ ਵਿਆਪਦਾ।
ਜਿਸ ਨੂੰ ਰਜੋ ਤਮੋ ਸਤੋ ਤਿੰਨਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਆਪਾਂ ਇੱਕ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦਾ ਵਿਚਾਰਿਆ ਸੀ, 3 ਛੰਦੇ ਖੇਲ ਅੱਜ ਹੈ। ਅਬ ਮਨ ਉਲਟ ਸਨਾਤਨ ਹੁਆ। ਹੁਣ ਮਨ ਬਦਲ ਕੇ, ਸਨਾਤਨ ਦਾ ਮਤਲਬ ਹੈ ਪੁਰਾਣਾ, ਬੇਸਿਕ, ਉਹਨੂੰ ਆਪਾਂ ਸਨਾਤਨ ਕਹਿੰਦੇ। ਹੁਣ ਮਨ ਬਦਲ ਗਿਆ ਹੈ ਤੇ ਕਿਹਦਾ ਰੂਪ ਹੋ ਗਿਆ ਹੈ? ਆਪਣੇ ਮੂਲ ਪਰਮੇਸ਼ਰ ਦਾ, ਵਾਹਿਗੁਰੂ ਦਾ ਰੂਪ ਹੋ ਗਿਆ ਹੈ, ਵਿਸ਼ਿਆਂ ਤੋਂ ਮੁਕਤ ਹੋ ਗਿਆ ਹੈ। ਤਬ ਜਾਣਿਆ ਜਬ ਜੀਵਤ ਮੁਆ। ਪਰ ਉਹਨੂੰ ਵੀ ਮੈਂ ਤਦੋਂ ਜਾਣ ਪਾਇਆ ਜਦੋਂ ਜਿਉਂਦੇ ਮਰਨ ਦੀ ਕਲਾ ਆ ਗਈ। ਜਿਉਂਦਿਆਂ ਮਰਨ ਦੀ ਜਦੋਂ ਕਲਾ ਆ ਗਈ, ਭਾਵ ਵਿਸ਼ੇ ਵਿਕਾਰਾਂ ਤੋਂ ਮਨ ਨੂੰ ਪਰਤਾ ਲਿਆ, ਜਿਸ ਵੇਲੇ ਆਪਣੀ ਹੋਂਦ ਤੇ ਵਜੂਦ ਹੁੰਦਿਆਂ ਹੋਇਆਂ ਵੀ ਜਦੋਂ ਬੁਰਾਈ ਵੱਲ ਰੁਖ ਨਾ ਕਰੀਏ, ਤੈਨੂੰ ਜੀਵਤ ਮਰਨਾ ਕਹਿੰਦਾ। ਵੀ ਖਿੱਚਿਆ ਨਹੀਂ ਗਿਆ ਬੰਦਾ ਉਸ ਪਾਸੇ, ਉਹਨੂੰ ਉਹਦੇ ਵਿੱਚ ਰਹਿਣ ਦੀ ਕਲਾ ਆ ਗਈ ਵੀ ਇਸ ਕਾਲਖ ਵਿੱਚ ਰਹਿੰਦਿਆਂ ਵੀ ਕਾਲਖ ਨਾਲ ਮਨ ਨੂੰ ਛੂਹਣ ਨਹੀਂ ਦੇਣਾ, ਇਹਨੂੰ ਜੀਵਤ ਮਰਨਾ ਕਹਿੰਦਾ। ਤੋ ਹਜ਼ੂਰ ਫਰਮਾਉਂਦੇ ਨੇ, ਕਹੋ ਕਬੀਰ ਸੁਖ ਸਹਿਜ ਸਮਾਵੋ। ਹੇ ਕਬੀਰ ਆਖ, ਹੁਣ ਮੈਂ ਸੁਖ ਵਿੱਚ ਟਿਕਾ, ਸਹਿਜ ਵਿੱਚ ਸਮਾ ਗਿਆ ਹਾਂ। ਆਪ ਨਾ ਡਰੋ ਨਾ ਅਵਰ ਡਰਾਓ। ਹੁਣ ਮੈਨੂੰ ਨਾ ਵਿਸ਼ੇ ਵਿਕਾਰਾਂ ਦਾ ਕੋਈ ਖੌਫ ਹੈ, ਨਾ ਡਰ ਹੈ। ਹੁਣ ਸੁਭਾਅ ਹੀ ਐਸਾ ਹੈ, ਨਾ ਖੌਫ ਹੈ ਤੇ ਨਾ ਮੈਂ ਡਰ ਵੰਡਦਾ, ਨਾ ਕਿਸੇ ਨੂੰ ਡਰਾਉਂਦਾ। ਭੈ ਦੇਣਾ ਵੀ ਜ਼ਹਿਰ ਦੇਣ ਵਰਗਾ ਹੈ। ਕਿਸੇ ਦੇ ਅੰਦਰ ਕਿਸੇ ਚੀਜ਼ ਦਾ ਭੈ ਪੈਦਾ ਕਰਨਾ, ਔਰ ਖਾਸ ਤੌਰ ਤੇ ਉਦੋਂ ਆਪਣਾ ਜਦੋਂ ਸਵਾਰਥ ਪੂਰਾ ਕਰਨਾ ਹੋਵੇ ਫਿਰ ਕਿਸੇ ਨੂੰ ਡਰਾਉਣਾ। ਵੈਸੇ ਤੇ ਹੁਣ ਬੰਦਾ ਅੱਖਾਂ ਮੀਟ ਕੇ ਜਾ ਰਿਹਾ ਕਿ ਖੂਹ ਹੈ ਤੇ ਫਿਰ ਉਹਨੂੰ ਕਹੋ ਵੀ ਡਿੱਗ ਪਏਗਾ, ਇਹ ਨਹੀਂ, ਇਹ ਤਾਂ ਤੁਸੀਂ ਭਲੇ ਲਈ ਉਹਨੂੰ ਕਿਹਾ ਹੈ ਨਾ। ਆਪਣੇ ਸਵਾਰਥ ਲਈ ਕਿਸੇ ਦੇ ਅੰਦਰ ਸਹਿਮ ਤੇ ਡਰ ਪੈਦਾ ਕਰਨਾ, ਇਹ ਸਮਝੋ ਜ਼ਹਿਰ ਦੇਣ ਵਰਗਾ ਕੰਮ ਹੈ। ਇਹ ਇਸ ਠੱਗੀ ਦਾ ਪਹਿਲਾ ਸਟੈਪ ਹੈ। ਇਸ ਵਾਸਤੇ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਨਾ ਹੁਣ ਮੈਂ ਡਰਦਾ ਹਾਂ, ਨਾ ਕਿਸੇ ਨੂੰ ਡਰਾਉਂਦਾ। ਭਾਵ ਇਮੋਸ਼ਨਲੀ ਬਲੈਕਮੇਲ ਨਾ ਹੁੰਦਾ ਤੇ ਨਾ ਕਰਦਾ। ਇਹ ਬਲੈਕਮੇਲਿੰਗ ਵੀ ਜਿਹੜੀ ਹੈ, ਭਾਵੇਂ ਉਹ ਧਰਮ ਦੇ ਨਾਂ ਤੇ ਹੋਏ, ਭਾਵੇਂ ਉਹ ਰਾਜਨੀਤੀ ਦੇ ਨਾਂ ਤੇ ਹੋਏ, ਭਾਵੇਂ ਰਿਸ਼ਤਿਆਂ ਦੇ ਨਾਂ ਤੇ ਹੋਏ, ਭਾਵੇਂ ਸਮਾਜ ਦੇ ਨਾਂ ਤੇ ਹੋਏ, ਜਦੋਂ ਤੁਸੀਂ ਕਿਸੇ ਨੂੰ ਗੁੰਮਰਾਹ ਕਰਨ ਵਾਸਤੇ ਉਹਦੇ ਇਮੋਸ਼ਨਸ ਦੇ ਨਾਲ ਖੇਡਦੇ ਹੋ ਤਾਂ ਸਮਝੋ ਤੁਸੀਂ ਪਾਪ ਖੱਟਦੇ ਹੋ, ਡਾਕਾ ਮਾਰਦੇ ਹੋ। ਗਰੀਬ ਨਵਾਜ ਕਿਰਪਾ ਕਰਨ ਇਸ ਪਾਵਨ ਉਪਦੇਸ਼ ਦਾ ਤਤ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ। ਆਪ ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।